ਦਸੰਬਰ ਮਹੀਨੇ ਦਾ ਦੂਜਾ ਪੰਦਰਵਾੜਾ ਸ਼ੁਰੂ ਹੋ ਚੁੱਕਾ ਸੀ। ਠੰਡ ਆਪਣੇ ਪੂਰੇ ਜੋਬਨ ਤੇ ਸੀ। ਧੁੰਦ ਅਤੇ ਕੋਰੇ ਨੇ ਸਾਰੇ ਆਲੇ ਦੁਆਲੇ ਨੂੰ ਆਪਣੀ ਚਿੱਟੀ ਚਾਦਰ ਨਾਲ ਢੱਕ ਲਿਆ ਸੀ। ਠੰਡ ਨਾਲ ਲੋਕੀ ਠਰੂ ਠਰੂ ਕਰ ਰਹੇ ਸਨ। ਬਿਰਧ ਆਸ਼ਰਮ ਆਦਮਪੁਰ ਦੇ ਮੁੱਖ ਪ੍ਰਬੰਧਕ ਸ਼੍ਰੀ ਬਲਦੇਵ ਸਿੰਘ ਗੋਸਲ ਜੀ ਨੇ ਆਪਣੇ ਕਮਰੇ ਵਿੱਚੋਂ ਨਿਕਲ ਕੇ ਆਸ਼ਰਮ ਦੇ ਦਫ਼ਤਰ ਵਿੱਚ ਆ ਕੇ ਜੇ ਬੈਠੇ ਹੀ ਸਨ ਕਿ ਟੈਲੀਫੋਨ ਦੀ ਘੰਟੀ ਵੱਜ ਉੱਠੀ। ਰਿਸੀਵਰ ਚੁੱਕ ਕੇ ਜਦੋਂ ਉਹਨਾਂ ਨੇ ਹੈਲੋ ਕਿਹਾ ਤਾਂ ਦੂਜੇ ਪਾਸੇ ਤੋਂ ਆਵਾਜ਼ ਆਈ, ਜੀ ਮੈਂ ਪੰਜਾਬੀ ਅਖਬਾਰ ਦਾ ਪੱਤਰਕਾਰ ਜਲੰਧਰ ਤੋਂ ਜਗਦੇਵ ਸਿੰਘ ਭੁੱਲਰ ਬੋਲ ਰਿਹਾ ਹਾਂ। ਕੀ ਮੈਂ ਬਿਰਧ ਆਸ਼ਰਮ ਆਦਮਪੁਰ ਦੀ ਮੈਨੇਜਰ ਸਰਦਾਰ ਬਲਦੇਵ ਸਿੰਘ ਗੋਸਲ ਜੀ ਨਾਲ ਗੱਲ ਕਰ ਸਕਦਾ ਹਾਂ? ਹਾਂਜੀ ਦੱਸੋ, ਮੈਂ ਬਲਦੇਵ ਸਿੰਘ ਹੀ ਬੋਲ ਰਿਹਾ ਹਾਂ, ਗੋਸਲ ਸਾਹਿਬ ਨੇ ਕਿਹਾ। ਸਰ, ਜੇਕਰ ਤੁਹਾਡੀ ਆਗਿਆ ਹੋਵੇ ਤਾਂ ਤੁਹਾਡੇ ਬਿਰਧ ਆਸ਼ਰਮ ਵਿੱਚ ਵਿਜ਼ਿਟ ਕਰਨੀ ਚਾਹੁੰਦਾ ਹਾਂ ਤੇ ਤੁਹਾਡੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ। ਦੂਜੇ ਪਾਸੇ ਤੋਂ ਆਵਾਜ਼ ਆਈ। ਗੋਸਲ ਨੇ ਕਿਹਾ, ਭੁੱਲਰ ਸਾਹਿਬ ਤੁਸੀਂ 2 ਦਿਨ ਬਾਅਦ 10:30 ਵਜੇ ਸਵੇਰੇ ਬਿਰਧ ਆਸ਼ਰਮ ਆ ਸਕਦੇ ਹੋ ਤੇ ਬਜ਼ੁਰਗਾਂ ਨਾਲ ਗੱਲਬਾਤ ਕਰ ਸਕਦੇ ਹੋ। ਜੀ ਬਹੁਤ ਬਹੁਤ ਸ਼ੁਕਰੀਆ। ਦੂਜੇ ਪਾਸੇ ਤੋਂ ਆਵਾਜ਼ ਆਈ। 2 ਦਿਨ ਬਾਅਦ ਪੱਤਰਕਾਰ ਜਗਦੇਵ ਸਿੰਘ ਭੁੱਲਰ ਨੇ 10:30 ਵਜੇ ਸਵੇਰੇ ਹੀ ਬਿਰਧ ਆਸ਼ਰਮ ਆਦਮਪੁਰ ਪਹੁੰਚ ਕੇ ਸਰਦਾਰ ਬਲਦੇਵ ਸਿੰਘ ਗੋਸਲ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਨਾਲ ਹੀ ਕਿਹਾ, ਸਰ ਮੈਂ ਪੱਤਰਕਾਰ ਜਗਦੇਵ ਸਿੰਘ ਭੁੱਲਰ ਹਾਂ। 2 ਦਿਨ ਪਹਿਲਾਂ ਹੀ ਮੈਂ ਟੈਲੀਫੋਨ ਤੇ ਤੁਹਾਡੇ ਤੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਨ ਦੀ ਆਗਿਆ ਲਈ ਸੀ। ਆਓ ਬੈਠੋ, ਜੀ ਆਇਆਂ ਨੂੰ, ਗੋਸਲ ਸਾਹਿਬ ਨੇ ਕਿਹਾ। ਚਾਹ ਪਾਣੀ ਪੀਣ ਉਪਰੰਤ ਪੱਤਰਕਾਰ ਭੁੱਲਰ ਨੇ ਗੋਸਲ ਸਾਹਿਬ ਨਾਲ ਸਾਰੇ ਬਿਰਧ ਆਸ਼ਰਮ ਦਾ ਚੱਕਰ ਲਾਇਆ। ਉਸਨੇ ਵੇਖਿਆ ਕਿ ਬਜ਼ੁਰਗ 4-4 ਦੇ ਗਰੁੱਪ ਬਣਾ ਕੇ ਕੈਰਮ ਬੋਰਡ ਖੇਡਣ ਵਿੱਚ ਵਿਅਸਤ ਸਨ। ਕੁਝ ਬਜ਼ੁਰਗ ਧੁੱਪੇ ਕੁਰਸੀਆਂ ਉੱਤੇ ਬੈਠੇ ਅਖਬਾਰ ਪੜ੍ਹ ਰਹੇ ਸਨ। ਕਾਫੀ ਗਿਣਤੀ ਵਿੱਚ ਬਜ਼ੁਰਗ ਆਪਣੇ ਵਾਰਡ ਵਿੱਚ ਆਪੋ ਆਪਣੇ ਬੈੱਡਾਂ ਤੇ ਨਿੱਘੇ ਕੰਬਲ ਲਈ ਆਰਾਮ ਕਰ ਰਹੇ ਸਨ। ਲਗਭਗ 75 ਸਾਲ ਦੀ ਉਮਰ ਦੀ ਇੱਕ ਬਜ਼ੁਰਗ ਔਰਤ ਇੱਕ ਵਰਾਂਡੇ ਦੇ ਕੋਨੇ ਵਿੱਚ ਬੜੀ ਉਦਾਸ ਤੇ ਨਿਮੋਝਣੀ ਹੋਈ ਬੈਠੀ ਕੁਝ ਬੁੜਬੜਾ ਰਹੀ ਸੀ। ਉਸ ਬਜ਼ੁਰਗ ਔਰਤ ਦੇ ਚਿਹਰੇ ਦੀ ਉਦਾਸੀ ਨੇ ਪੱਤਰਕਾਰ ਭੁੱਲਰ ਦਾ ਧਿਆਨ ਉਸ ਵੱਲ ਖਿੱਚਿਆ। ਦੂਰੋਂ ਹੀ ਉਸ ਔਰਤ ਵੱਲ ਇਸ਼ਾਰਾ ਕਰਦਿਆਂ ਪੱਤਰਕਾਰ ਨੇ ਗੋਸਲ ਸਾਹਿਬ ਨੂੰ ਸਵਾਲ ਕੀਤਾ, ਸਰ ਇਹ ਔਰਤ ਕੌਣ ਆ? ਇਹ ਕਿੱਥੋਂ ਦੀ ਰਹਿਣ ਵਾਲੀ ਆ? ਕੀ ਇਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਜੀਵਤ ਹੈ ਜਾਂ ਨਹੀਂ ਹੈ? ਸਰਦਾਰ ਬਲਦੇਵ ਸਿੰਘ ਗੋਸਲ ਨੇ ਇੱਕ ਡੂੰਘਾ ਸਾਹ ਭਰਦਿਆਂ ਕਿਹਾ, ਇਸ ਬਜ਼ੁਰਗ ਔਰਤ ਦੀ ਫਿਤਰਤ ਵੀ ਬੜੀ ਅਜੀਬ ਆ। ਇਹ ਪਿਛਲੇ 3 ਮਹੀਨੇ ਤੋਂ ਸਾਡੇ ਇੱਥੇ ਇਸ ਆਸ਼ਰਮ ਵਿੱਚ ਰਹਿ ਰਹੀ ਆ। ਅਸੀਂ ਕਈ ਵਾਰੀ ਇਸ ਦੇ ਪਿਛੋਕੜ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਆ। ਇਸ ਨੇ ਆਪ ਵੀ ਮਨ ਬਣਾ ਕੇ ਕਈ ਵਾਰੀ ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰਨ ਦੀ ਜ਼ਰੂਰਤ ਕੀਤੀ ਆ, ਪਰੰਤੂ ਗੱਲ ਸ਼ੁਰੂ ਕਰਦਿਆਂ ਹੀ ਇਹ ਹੌਂਕੇ ਲੈਣੇ ਸ਼ੁਰੂ ਕਰ ਦਿੰਦੀ ਆ। ਬਸ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਆ। ਇਸ ਕਰਕੇ ਮੈਂ ਇਸ ਨੂੰ ਇਸ ਦੇ ਪਿਛੋਕੜ ਬਾਰੇ ਕਦੇ ਕੋਈ ਗੱਲ ਨਹੀਂ ਪੁੱਛਦਾ। ਓਹੋ, ਤਾਂ ਇਹ ਗੱਲ ਆ। ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਕੇ ਦੇਖਦਾ ਹਾਂ, ਪੱਤਰਕਾਰ ਨੇ ਕਿਹਾ। ਹਾਂ ਤੁਸੀਂ ਕੋਸ਼ਿਸ਼ ਕਰਕੇ ਵੇਖੋ, ਗੋਸਲ ਸਾਹਿਬ ਨੇ ਕਿਹਾ। ਆਓ ਤੁਹਾਨੂੰ ਮੈਂ ਉਹਨਾਂ ਨਾਲ ਇੱਕ ਵਾਰੀ ਮਿਲਾ ਦਿੰਦਾ ਹਾਂ, ਗੋਸਲ ਸਾਹਿਬ ਕਹਿ ਕੇ ਉਸ ਪੱਤਰਕਾਰ ਨੂੰ ਨਾਲ ਲੈ ਕੇ ਉਸ ਬਜ਼ੁਰਗ ਔਰਤ ਵੱਲ ਚੱਲ ਪਈ। ਜਾਂਦਿਆਂ ਹੀ ਗੋਸਲ ਸਾਹਿਬ ਨੇ ਕਿਹਾ, ਭੈਣ ਜਰਨੈਲ ਕੌਰ ਜੀ ਸਤਿ ਸ੍ਰੀ ਅਕਾਲ। ਉਸ ਬਜ਼ੁਰਗ ਔਰਤ ਨੇ ਜਰਨੈਲ ਸਿੰਘ ਦੇ ਮੂੰਹੋਂ ਤਾਂ ਕੋਈ ਸ਼ਬਦ ਨਹੀਂ ਕੱਢਿਆ, ਬਸ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਦਾ ਉੱਤਰ ਦਿੱਤਾ। ਇਹ ਦੇਖੋ, ਇਹ ਸਰਦਾਰ ਜਗਦੇਵ ਸਿੰਘ ਭੁੱਲਰ ਨੇ, ਮੇਰੇ ਨਜ਼ਦੀਕੀ ਦੋਸਤ ਨੇ ਤੇ ਜਲੰਧਰ ਤੋਂ ਤੁਹਾਨੂੰ ਮਿਲਣ ਲਈ ਆਏ ਨੇ। ਉਸੇ ਸਮੇਂ ਜਗਦੇਵ ਸਿੰਘ ਭੁੱਲਰ ਨੇ ਜਰਨੈਲ ਕੌਰ ਦੇ ਪੈਰਾਂ ਤੇ ਹੱਥ ਲਾਉਂਦੇ ਹੋਇਆਂ ਕਿਹਾ, ਸਤਿ ਸ੍ਰੀ ਅਕਾਲ ਬੀਬੀ ਜੀ, ਹੋਰ ਸੁਣਾਓ ਤੁਹਾਡੀ ਸਿਹਤ ਕਿਵੇਂ ਆ? ਸਿਹਤ ਨੂੰ ਕੀ ਗੋਲੀ ਵੱਜਣੀ ਆ? ਇੱਥੇ ਆ ਵੀਰ ਜੀ ਨੇ ਸਾਡੇ ਖਾਣ ਪੀਣ, ਰਹਿਣ ਸਹਿਣ, ਪਹਿਨ ਪਚਰਨ, ਦਵਾਈ ਦਾਰੂ ਦੀ ਕੋਈ ਤੋੜ ਨਹੀਂ ਛੱਡੀ। ਨਾਟਕ, ਖਬਰਾਂ ਵੇਖਣ ਲਈ ਰੰਗਦਾਰ ਟੈਲੀਵਿਜ਼ਨ ਵੀ ਲਾਇਆ ਹੋਇਆ। ਬਸ ਅੰਦਰ ਇੱਕ ਖਾਲੀਪਨ ਆ ਜਿਹੜਾ ਕਦੇ ਨਹੀਂ ਭਰਦਾ ਦੀਂਦਾ। ਮਨ ਨੂੰ ਇੱਕ ਅਚਵੀ ਜੀ ਲੱਗੀ ਰਹਿੰਦੀ ਆ ਸਾਰਾ ਦਿਨ, ਜਰਨੈਲ ਕੌਰ ਨੇ ਕਿਹਾ। ਮਾਂ ਜੀ, ਜੇਕਰ ਤੁਹਾਡੀ ਆਗਿਆ ਹੋਵੇ ਤਾਂ ਕੀ ਮੈਂ ਤੁਹਾਡੇ ਪਰਿਵਾਰ ਬਾਰੇ, ਤੁਹਾਡੇ ਪਤੀ ਬਾਰੇ, ਬੱਚਿਆਂ ਬਾਰੇ ਕੁਝ ਸਵਾਲ ਪੁੱਛ ਸਕਦਾ ਹਾਂ? ਭੁੱਲਰ ਨੇ ਕਿਹਾ। ਕੀ ਕਰੇਂਗਾ ਤੂੰ ਪੁੱਛ ਕੇ ਮੇਰੇ ਬਾਰੇ? ਮੇਰੇ ਬੱਚਿਆਂ ਬਾਰੇ, ਮੇਰੇ ਪਰਿਵਾਰ ਬਾਰੇ? ਤੈਨੂੰ ਕੋਈ ਚੱਜ ਦੀ ਗੱਲ ਤਾਂ ਸੁਣਨ ਨੂੰ ਮਿਲਣੀ ਨਹੀਂ। ਬਸ ਝਗੜੇ, ਕਲਾ ਕਲੇਸ਼, ਮਾਰ ਕਟਾਈ, ਗਾਲੀ ਗਲੋਚ, ਬਸ ਆਹ ਕੁਛ ਆ ਮੇਰੇ ਕੋਲ ਤਾਂ। ਤੂੰ ਜਾ ਭਾਈ ਜਾ, ਆਪਣੀ ਡੰਡੀ ਪੈ। ਇੱਥੇ ਕੌਣ ਕਿਸੇ ਦੇ ਦੁੱਖੜੇ ਸੁਣਦਾ? ਜਰਨੈਲ ਕੌਰ ਨੇ ਇੱਕੋ ਸਾਹੇ ਸਾਰਾ ਕੁਝ ਕਹਿ ਛੱਡਿਆ। ਨਹੀਂ ਬਜ਼ੁਰਗੋ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਆ। ਮੈਂ ਤਾਂ ਬਸ ਚਾਹੁੰਦਾ ਬਈ ਤੁਸੀਂ ਸਾਰੀ ਗੱਲ ਕਰਕੇ ਆਪਣੇ ਅੰਦਰ ਜਮ੍ਹਾਂ ਹੋਇਆ ਸਾਰਾ ਗੁੱਬ ਗੁਬਾੜ ਕੱਢ ਦਿਓ। ਇਹਦੇ ਨਾਲ ਤੁਹਾਡਾ ਆਪਣਾ ਮਨ ਵੀ ਹਲਕਾ ਹੋ ਜਾਊਗਾ, ਪੱਤਰਕਾਰ ਨੇ ਕਿਹਾ। ਮੈਂ ਅੱਜ ਤੱਕ ਆਪਣੀ ਗੱਲ ਤਾਂ ਕਿਸੇ ਨਾਲ ਨਹੀਂ ਸੀ ਕੀਤੀ, ਪਰ ਤੂੰ ਮੈਨੂੰ ਦੂਜਿਆਂ ਨਾਲੋਂ ਕੁਝ ਭਲਾ ਪੁਰਖ ਲੱਗਦਾ। ਪੁੱਛ, ਕੀ ਪੁੱਛਦਾ? ਜਰਨੈਲ ਕੌਰ ਨੇ ਕਿਹਾ। ਮਾਤਾ ਜੀ ਤੁਸੀਂ ਆਪਣੇ ਪੇਕੇ ਘਰ ਬਾਰੇ ਦੱਸੋ, ਉਸਨੇ ਪਹਿਲਾ ਸਵਾਲ ਕੀਤਾ। ਮੇਰੇ ਨਾਂ ਦਾ ਤਾਂ ਤੈਨੂੰ ਪਤਾ ਲੱਗ ਹੀ ਗਿਆ, ਜਰਨੈਲ ਕੌਰ। ਮੇਰਾ ਪੇਕਾ ਪਿੰਡ ਕਿੱਲੀਵਾੜਾ ਜੋਤ ਸਿੰਘ ਲੋਹੀਆਂ ਕੋਲ ਆ। ਅਸੀਂ ਕੁੱਲ 3 ਭੈਣਾਂ। ਇੱਕ ਭੈਣ ਸਾਥੋਂ ਵੱਡੀ ਆ। ਅਸੀਂ ਦੋਵੇਂ ਛੋਟੀਆਂ ਜੋੜੀਆਂ ਭੈਣਾਂ। ਸਾਡੀ ਮਾਂ ਰਾਮ ਕੌਰ 2 ਵੇਲੇ ਰੱਬ ਦਾ ਨਾਂ ਲੈਣ ਵਾਲੀ ਤੇ ਉਹਦੀ ਰਜ਼ਾ ਵਿੱਚ ਰਹਿਣ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਸੀ।
ਕਦੇ ਕਿਸੇ ਦਾ ਮਨ ਦਿਖਾਉਣਾ ਤਾਂ ਦੂਰ ਦੀ ਗੱਲ, ਉਹ ਤਾਂ ਕਿਸੇ ਨੂੰ ਉੱਚੀ ਆਵਾਜ਼ ਵਿੱਚ ਬਾਸਰਦੀ ਵੀ ਨਹੀਂ ਸੀ। ਮੇਰਾ ਬਾਪੂ ਗਿਆਨੀ ਧਿਆਨੀ, ਪਾਠ ਪੂਜਾ ਕਰਨ ਵਾਲਾ, ਪਿੰਡ ਦੇ ਗੁਰਦੁਆਰੇ ਵਿੱਚ ਗ੍ਰੰਥੀ ਸੀ। ਨਾਲ ਹੀ ਉਹ ਵੇਦਗਿਰੀ ਦਾ ਕੰਮ ਵੀ ਕਰਦਾ ਸੀ। ਸੱਪ ਦਾ ਡੰਗਿਆ ਹੋਇਆ ਕੋਈ ਜੇਕਰ ਸਮੇਂ ਸਿਰ ਮੇਰੇ ਬਾਪੂ ਕੋਲ ਆ ਜਾਂਦਾ ਤਾਂ ਬਾਪੂ ਸ਼ਰਤੀਆ ਉਸ ਨੂੰ ਬਚਾ ਲੈਂਦਾ। ਸਾਡੇ ਆਪਣੇ ਪਿੰਡ ਤੋਂ ਇਲਾਵਾ ਸਾਡੇ ਆਲੇ ਦੁਆਲੇ ਬਹੁਤੇ ਪਿੰਡਾਂ ਵਿੱਚ ਬਾਪੂ ਦਾ ਬਹੁਤ ਆਦਰ ਸਤਿਕਾਰ ਸੀ। ਪਿੰਡ ਵਿੱਚ ਸਾਡੀ ਪੱਕੀ ਹਵੇਲੀ ਸੀ। ਸਾਰਾ ਘਰ ਖਾਣ ਪੀਣ ਦੀਆਂ ਚੀਜ਼ਾਂ ਨਾਲ ਭਰਿਆ ਰਹਿੰਦਾ ਸੀ। ਘਰ ਵਿੱਚ ਕਿਸੇ ਚੀਜ਼ ਦੀ ਕੋਈ ਤੋਟ ਨਹੀਂ ਸੀ। ਸਾਡੀ ਵੱਡੀ ਭੈਣ ਤਾਂ 4 ਜਮਾਤਾਂ ਪੜ੍ਹ ਕੇ ਘਰ ਬੈਠ ਗਈ, ਪਰੰਤੂ ਅਸੀਂ ਦੋਵਾਂ ਛੋਟੀਆਂ ਨੇ ਪਿੰਡ ਦੇ ਸਰਕਾਰੀ ਸਕੂਲ 'ਚੋਂ 5ਵੀਂ ਪਾਸ ਕਰ ਲਈ ਸੀ। ਅੱਗੇ ਪੜ੍ਹਾਈ ਲਈ ਪਿੰਡ ਤੋਂ ਦੂਰ ਜਾਣਾ ਪੈਣਾ ਸੀ, ਇਸ ਲਈ ਸਾਡੇ ਬਾਪੂ ਨੇ ਸਾਨੂੰ ਅੱਗੇ ਪੜ੍ਹਨ ਨਹੀਂ ਲਾਇਆ। ਬਾਪੂ ਸਾਡੀ ਮਾਂ ਨੂੰ ਕਹਿੰਦਾ ਸੀ ਕਿ ਬਹੁਤਾ ਪੜ੍ਹ ਕੇ ਕਿਹੜਾ ਕਿਸੇ ਅਹੁਦੇ 'ਤੇ ਲੱਗਣਾ, ਚਿੱਠੀ ਪੜ੍ਹਨ ਜੋਗੀਆਂ ਹੋ ਗਈਆਂ, ਬਥੇਰਾ ਇਹੋ। ਜਰਨੈਲ ਕੌਰ ਨੇ ਕਿਹਾ। ਮਾਤਾ ਜੀ, ਆਪਣੇ ਵਿਆਹ, ਪਤੀ ਤੇ ਬੱਚਿਆਂ ਬਾਰੇ ਦੱਸੋ, ਭੁੱਲਰ ਨੇ ਸਵਾਲ ਕੀਤਾ। ਮੇਰਾ ਵਿਆਹ 18 ਸਾਲ ਦੀ ਉਮਰ ਵਿੱਚ ਪਿੰਡ ਸੈਦਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਫੌਜੀ ਨਾਲ ਹੋਇਆ। ਮੇਰਾ ਸਹੁਰਾ ਬਖਤਾਵਰ ਸਿੰਘ ਪਿੰਡ ਦਾ ਵੱਡਾ ਜ਼ਿਮੀਂਦਾਰ ਤੇ ਸਰਦਾਰ ਸੀ। ਆਪਣੀ ਸਰਦਾਰੀ ਠਾਠ ਲਈ ਉਸਨੇ ਘੋੜੀ ਤੇ ਬੰਦੂਕ ਰੱਖੀ ਹੋਈ ਸੀ। ਮੇਰੀ ਸੱਸ ਤਾਂ ਮੇਰੇ ਵਿਆਹ ਤੋਂ ਕਈ ਵਰੇ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਵਿਆਹ ਤੋਂ 2 ਵਰੇ ਬਾਅਦ ਸਾਡੀ ਪਹਿਲੀ ਔਲਾਦ ਮੇਰੀ ਗੋਦ ਵਿੱਚ ਮੇਰੀ ਧੀ ਆਈ। 3 ਸਾਲ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਤੇ ਅਗਲੇ 4 ਸਾਲ ਬਾਅਦ ਇੱਕ ਹੋਰ ਪੁੱਤਰ ਨੇ ਸਾਡੇ ਘਰ ਜਨਮ ਲਿਆ। ਮੇਰਾ ਫੌਜੀ ਬੜੇ ਅੱਖੜ ਸੁਭਾਅ ਦਾ ਬੰਦਾ ਸੀ। ਗਾਲ ਤਾਂ ਜਿਵੇਂ ਉਹਦੇ ਮੂੰਹ ਤੇ ਹੀ ਚੜੀ ਰਹਿੰਦੀ ਸੀ। ਕੁਝ ਸਮਾਂ ਮੈਂ ਉਹਦੇ ਕੋਲ ਛਾਉਣੀ ਵੀ ਰਹਿੰਦੀ ਰਹੀ। ਫਿਰ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਸੈਦਪੁਰ ਆ ਗਈ। ਤਿੰਨੋਂ ਬੱਚੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਾ ਦਿੱਤੇ। ਘਰ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲਾ ਭਾਵੇਂ ਕੋਈ ਵੀ ਨਹੀਂ ਸੀ, ਪਰੰਤੂ ਸਕੂਲ ਦੇ ਮਾਸਟਰ ਤੇ ਭੈਣ ਜੀਆਂ ਜਵਾਕਾਂ ਨੂੰ ਚੰਗੀ ਮੱਤ ਦਿੰਦੀਆਂ ਸਨ। ਮੇਰੇ ਸਹੁਰੇ ਨੇ ਘਰ ਦੀ ਸਾਰੀ ਜੱਦੀ ਜ਼ਮੀਨ ਜਾਇਦਾਦ ਨਸ਼ਿਆਂ ਤੇ ਸ਼ਰਾਬ ਦੇ ਰਾਹ ਪੈ ਕੇ ਵੇਚ ਮੁਕਾਈ। ਮੇਰਾ ਫੌਜੀ ਆਪਣੀ ਮਰਜ਼ੀ ਨਾਲ ਕਿਸੇ ਮਹੀਨੇ ਕੋਈ ਮਨੀ ਆਰਡਰ ਘੱਲ ਦਿੰਦਾ, ਕਿਸੇ ਮਹੀਨੇ ਉਹ ਕੇਸਲ ਮਾਰ ਜਾਂਦਾ। ਜਦੋਂ ਵੀ ਫੌਜੀ ਨੇ ਸਾਲ 6 ਮਹੀਨੇ ਪਿੱਛੋਂ ਪਿੰਡ ਆਉਣਾ, ਉਹਨੇ ਘਰ ਵਿੱਚ ਕਲੇਸ਼ ਖੜਾ ਕਰੀ ਰੱਖਣਾ। ਉਹਨੇ ਉੱਚੀ ਆਵਾਜ਼ ਵਿੱਚ ਮੈਨੂੰ ਗਾਲਾਂ ਕੱਢਣੀਆਂ। ਘਰ ਵਿੱਚ ਬੱਚਿਆਂ ਨੇ ਸਹਿਮ ਜਾਣਾ। ਫੌਜੀ ਦੇ ਛੁੱਟੀ ਆਉਣ ਤੇ ਸਾਡੇ ਘਰ ਵਿੱਚ ਹੁੰਦੇ ਝਗੜੇ ਕਲੇਸ਼ ਤੋਂ ਤਾਂ ਸਾਡੇ ਗੁਆਂਢੀਆਂ ਨੇ ਵੀ ਦੁਖੀ ਹੋ ਜਾਣਾ। ਜਦੋਂ ਘਰ ਵਿੱਚ ਰੋਟੀ ਦੇ ਹੀ ਲਾਲੇ ਪੈ ਗਏ ਤਾਂ ਘਰ ਦੇ ਚੁੱਲ੍ਹੇ ਨੂੰ ਬਲਦਾ ਰੱਖਣ ਲਈ ਮੈਂ ਪਿੰਡ ਵਿੱਚ ਹੀ ਨਿੱਕੇ ਮੋਟੇ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਦੀ ਮੂੰਗਫਲੀ ਜਾਂ ਛੱਲੀਆਂ 'ਚੋਂ ਦਾਣੇ ਕੱਢ ਦੇਣੇ, ਕਿਸੇ ਦੀ ਰੂੰ ਕੱਤ ਦੇਣੀ, ਕਿਸੇ ਦੇ ਦੁਪੱਟੇ ਜਾਂ ਫੁਲਕਾਰੀ 'ਤੇ ਕਢਾਈ ਕੱਢ ਦੇਣੀ। ਬਸ ਇਸੇ ਤਰ੍ਹਾਂ ਮਾੜੀ ਮੋਟੀ ਘਰ ਦੀ ਆਈ ਚਲਾਈ ਚੱਲਦੀ ਰਹੀ। ਜਦੋਂ ਮੇਰੀ ਕੁੜੀ 9ਵੀਂ 'ਚ ਹੋਈ ਤਦ ਉਸ ਨੂੰ ਘਰ ਵਿੱਚ ਹੀ ਪਿੰਡ ਦੇ ਜਵਾਕਾਂ ਨੂੰ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਟਿਊਸ਼ਨ ਦੇ ਭਾਵੇਂ 50 ਰੁਪਏ ਮਹੀਨੇ ਦੇ ਹੀ ਰੱਖੇ ਸਨ, ਪਰ ਉਹ ਵੀ ਕਈ ਵਾਰੀ ਘਰ ਦੀ ਮਜਬੂਰੀ ਕਾਰਨ ਕਈ ਬੱਚੇ ਨਾ ਦੇ ਸਕਦੇ, ਪਰੰਤੂ ਫਿਰ ਵੀ ਅਸੀਂ ਕਿਸੇ ਬੱਚੇ ਨੂੰ ਟਿਊਸ਼ਨ ਪੜ੍ਹਨ ਤੋਂ ਹਟਾਇਆ ਨਹੀਂ ਸੀ। ਕੁੜੀ ਦੇ ਟਿਊਸ਼ਨ ਪੜ੍ਹਾਉਣ ਨਾਲ ਘਰ ਵਿੱਚ ਕੁਝ ਸੌਖ ਆ ਗਈ ਸੀ। ਮਾਤਾ ਜੀ, ਤੁਹਾਡੇ ਬੱਚਿਆਂ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ? ਪੱਤਰਕਾਰ ਨੇ ਪੁੱਛਿਆ। ਮੇਰੀ ਕੁੜੀ BSc B.Ed ਤੱਕ ਦੀ ਪੜ੍ਹਾਈ ਪੂਰੀ ਕਰਕੇ ਮਾਸਟਰ ਨਹੀਂ ਲੱਗੀ। ਦੋਵੇਂ ਮੁੰਡੇ ETT ਦਾ ਕੋਰਸ ਕਰਕੇ ਮਾਸਟਰ ਲੱਗੇ। ਫੌਜੀ ਨੇ ਭਾਵੇਂ ਆਪਣੇ ਬੱਚਿਆਂ ਦੇ ਵਿਆਹ 'ਤੇ ਇੱਕ ਧੇਲਾ ਨਹੀਂ ਖਰਚਿਆ, ਪਰੰਤੂ ਫਿਰ ਵੀ ਵਿਆਹ ਦੇ ਸਾਰੇ ਕਾਰਜਾਂ ਵਿੱਚ ਉਹ ਅੱਗੇ ਰਹਿੰਦਾ ਰਿਹਾ। ਪਟਿਆਲੇ ਪੜ੍ਹਾਉਂਦੇ ਇੱਕ ਕਾਲਜ ਪ੍ਰੋਫੈਸਰ ਨੇ ਮੇਰੀ ਕੁੜੀ ਨਾਲ ਬਿਨਾਂ ਦਾਜ ਦਹੇਜ ਤੋਂ ਚੁੰਨੀ ਚੜਾਈ ਕਰਕੇ ਵਿਆਹ ਕਰਾਇਆ। ਮੇਰੀ ਧੀ ਆਪਣੇ ਘਰੀ ਰੰਗੀ ਵਸਦੀ ਆ। ਮੈਂ ਆਪਣੇ ਵੱਡੇ ਮੁੰਡੇ ਦਾ ਵਿਆਹ ਦਫ਼ਤਰ ਵਿੱਚ ਲੱਗੀ ਇੱਕ ਕਲਰਕ ਕੁੜੀ ਨਾਲ ਕੀਤਾ ਤੇ ਛੋਟਾ ਮੁੰਡਾ ਵੀ ਇੱਕ ਸਕੂਲ ਮਾਸਟਰੀ ਨਾਲ ਵਿਆਹਿਆ ਗਿਆ। ਜਰਨੈਲ ਕੌਰ ਨੇ ਕਿਹਾ। ਮਾਤਾ ਜੀ, ਤੁਹਾਡੀ ਧੀ ਆਪਣੇ ਘਰੀ ਰੰਗੀ ਵਸਦੀ ਆ। ਤੁਹਾਡੇ ਪੁੱਤਰ ਤੇ ਨੂੰਹਾਂ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ। ਫਿਰ ਤੁਸੀਂ ਇਸ ਬਿਰਧ ਆਸ਼ਰਮ ਵਿੱਚ ਕਿਉਂ ਬੈਠੇ ਹੋ? ਪੱਤਰਕਾਰ ਨੇ ਪੁੱਛਿਆ। ਮੇਰੇ ਮੁੰਡੇ ਦੇ ਵਿਆਹ ਤੋਂ 1 ਸਾਲ ਬਾਅਦ ਮੇਰਾ ਫੌਜੀ ਇੱਕ ਸੜਕ ਹਾਦਸੇ ਵਿੱਚ ਦੁਨੀਆ ਤੋਂ ਚੱਲ ਵਸਿਆ। ਉਂਝ ਤਾਂ ਫੌਜੀ ਦੇ ਜਿਉਂਦਿਆਂ ਜੀ ਵੀ ਮੁੰਡਿਆਂ ਨੇ ਸਾਡੀ ਦੋਵਾਂ ਜੀਆਂ ਦੀ ਕਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਸੀ ਕੀਤੀ, ਪਰੰਤੂ ਫੌਜੀ ਦੇ ਤੁਰ ਜਾਣ ਤੋਂ ਬਾਅਦ ਤਾਂ ਦੋਵੇਂ ਮੁੰਡੇ ਤੇ ਨੂੰਹਾਂ ਆਪ ਮੁਹਾਰੀਆਂ ਹੋ ਗਈਆਂ। ਜਿਵੇਂ ਕਿ ਮੈਂ ਤੈਨੂੰ ਦੱਸਿਆ ਕਿ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ। ਮੈਨੂੰ ਲੱਗਦਾ ਸੀ ਕਿ ਮੇਰੇ ਦੋਵੇਂ ਮੁੰਡੇ ਮੈਨੂੰ ਉਹ ਮਾਣ ਸਤਿਕਾਰ ਨਹੀਂ ਦਿੰਦੇ ਜਿਹੜਾ ਕਿ ਉਹਨਾਂ ਨੂੰ ਆਪਣੀ ਮਾਂ ਨੂੰ ਦੇਣਾ ਚਾਹੀਦਾ। ਮੈਂ ਚਾਹੁੰਦੀ ਸੀ ਕਿ ਮੇਰੀਆਂ ਨੂੰਹਾਂ ਮੇਰੇ ਤੋਂ ਪੁੱਛ ਕੇ ਸਾਰੇ ਕੰਮ ਕਰਨ, ਪਰ ਨਾ, ਉਹਨਾਂ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ। ਇਹ ਤਾਂ ਮਨ ਮਰਜ਼ੀ ਕਰਦੀਆਂ, ਆਪਣੇ ਖਸਮਾਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ। ਉਹ ਮੁੰਡੇ ਵੀ ਦੋਵੇਂ ਰੰਨ ਮੁਰੀਦ ਬਣੇ ਹੋਏ ਆ। ਜੇ ਤੀਵੀਆਂ ਦਿਨ ਨੂੰ ਰਾਤ ਕਹਿਣ ਤਾਂ ਕਹਿੰਦੇ ਆ ਰਾਤ ਆ। ਮੈਥੋਂ ਇਹ ਸਭ ਕੁਝ ਦੇਖਿਆ ਨਹੀਂ ਸੀ ਜਾਂਦਾ। ਮੇਰਾ ਸੁਭਾਅ ਹੀ ਇੰਨਾ ਚੰਦਰਾ ਕਿ ਮੇਰੀ ਜ਼ੁਬਾਨ ਨਹੀਂ ਰੁਕਦੀ ਕਦੇ। ਮੈਂ ਮੂੰਹੋਂ ਕੋਈ ਗੱਲ ਕੱਢ ਦਿੰਦੀ ਤਾਂ ਘਰ ਵਿੱਚ ਕਲੇਸ਼ ਖੜਾ ਹੋ ਜਾਂਦਾ। ਪਹਿਲਾਂ ਮੈਂ ਆਪਣੇ ਵੱਡੇ ਪੁੱਤਰ ਤੇ ਨੂੰਹ ਨਾਲ ਰਹਿੰਦੀ ਸੀ, ਪਰੰਤੂ ਜਦੋਂ ਮੇਰੀ ਵੱਡੀ ਨੂੰਹ ਨਾਲ ਵਿਗੜ ਗਈ ਤਾਂ ਉਹਨਾਂ ਨੇ ਘਰੋਂ ਕੱਢ ਦਿੱਤਾ। ਫਿਰ ਮੈਂ ਛੋਟੇ ਪੁੱਤਰ ਤੇ ਨੂੰਹ ਕੋਲ ਆ ਗਈ, ਪਰੰਤੂ ਇਹ ਤਾਂ ਵੱਡੇ ਤੋਂ ਵੀ ਗਏ ਗੁਜ਼ਰੇ ਨਿਕਲੇ। ਇਹ ਦੋਵੇਂ ਜੀ ਤਾਂ ਮੈਨੂੰ ਦੇਖ ਨਹੀਂ ਸਿਖਾਉਂਦੇ। ਜੇ ਮੈਂ ਸੋਫੇ 'ਤੇ ਬਹਿ ਜਾਂਦੀ ਤਾਂ ਨੂੰਹ ਨੇ ਕਹਿਣਾ ਸੋਫਾ ਗੰਦਾ ਹੋ ਜੂ। ਜੇ ਚਾਹ ਚੱਜ ਦੀ ਨਾ ਬਣੀ ਹੁੰਦੀ ਤਾਂ ਮੈਂ ਹੋਰ ਚਾਹ ਬਣਾਉਣ ਲਈ ਕਹਿ ਦਿੰਦੀ ਤਾਂ ਚਾਹ ਦੀ ਘੁੱਟ ਪਿੱਛੇ ਕਲੇਸ਼ ਖੜਾ ਹੋ ਜਾਂਦਾ।
ਆਪ ਤਾਂ ਦੋਵੇਂ ਜੀ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਹੋਟਲਾਂ ਤੋਂ ਖਾਣੇ ਖਾ ਆਉਂਦੇ। ਮੈਂ ਘਰ ਵਿੱਚ ਭੁੱਖਣ ਭਾਣੀ ਬੈਠੀ ਰਹਿੰਦੀ। ਜਦੋਂ ਮੈਂ ਅੱਕ ਕੇ ਸਾਰਾ ਕੁਝ ਆਪਣੀ ਧੀ ਨੂੰ ਫੋਨ ਕਰਕੇ ਦੱਸਦੀ ਤਾਂ ਇਹ ਵੀ ਮੇਰੇ ਨਾਲ ਆਡਾ ਲਾ ਬਹਿੰਦੇ। ਆਖੇ ਤੂੰ ਸਾਡੇ ਘਰ ਦੀਆਂ ਗੱਲਾਂ ਸਾਡੀ ਦੀਦੀ ਤੇ ਜੀਜਾ ਜੀ ਨੂੰ ਕਿਉਂ ਦੱਸਦੀ ਆ। ਜਦੋਂ ਮੈਂ ਵਾਰ-ਵਾਰ ਆਪਣੀ ਧੀ ਜਵਾਈ ਨੂੰ ਆਪਣੇ ਦੁੱਖੜੇ ਦੱਸਦੀ ਤਾਂ ਉਹ ਤਾਂ ਮੈਨੂੰ ਬਹੁਤ ਸਮਝਾਉਂਦੇ ਕਿ ਮਾਂ ਤੂੰ ਆਪਣੇ ਪੁੱਤਰਾਂ ਨੂੰਹਾਂ ਪੋਤੇ ਪੋਤੀਆਂ ਨਾਲ ਰਲ ਕੇ ਪਿਆਰ ਨਾਲ ਰਹਿ। ਪਰ ਮੇਰਾ ਦਿਲ ਤਾਂ ਅੰਦਰੋਂ ਹਰ ਵੇਲੇ ਕੁੜਦਾ ਰਹਿੰਦਾ। ਇੱਕ ਦਿਨ ਜਦੋਂ ਮੈਂ ਬਹੁਤ ਹੀ ਰੋ ਕੇ ਆਪਣੀ ਧੀ ਨੂੰ ਵਾਸਤੇ ਪਾਏ ਕਿ ਮੇਰੇ ਦੋਵੇਂ ਮੁੰਡੇ ਤੇ ਨੂੰਹਾਂ ਮੈਨੂੰ ਆਪਣੇ ਨਾਲ ਰੱਖਣ ਲਈ ਬਿਲਕੁਲ ਤਿਆਰ ਨਹੀਂ ਹਨ, ਉਹ ਤਾਂ ਮੇਰੀ ਸ਼ਕਲ ਵੇਖਣ ਨੂੰ ਵੀ ਤਿਆਰ ਨਹੀਂ, ਤਾਂ ਮੇਰੀ ਧੀ ਤੇ ਜਵਾਈ ਮੈਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਪਟਿਆਲੇ ਲੈ ਗਏ। ਮੇਰਾ ਜਵਾਈ ਤਾਂ ਤੜਕੇ ਉੱਠ ਕੇ ਨਾਂ ਲੈਣ ਵਾਲਾ ਭਲਾ ਪੁਰਸ਼ ਆ। ਹਰ ਵਕਤ ਉਹਦਾ ਚਿਹਰਾ ਖਿੜਿਆ ਰਹਿੰਦਾ। ਕਿਸੇ ਨੂੰ ਬੋਲ ਕਬੋਲ ਬੋਲਣਾ ਤਾਂ ਬਹੁਤ ਦੂਰ ਦੀ ਗੱਲ, ਉਹ ਤਾਂ ਕਿਸੇ ਨੂੰ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕਰਦਾ। ਘਰ ਵਿੱਚ ਇੰਨੀ ਬਰਕਤ ਕਿ ਖਾਣ ਪੀਣ ਵਾਲੀਆਂ ਵਸਤਾਂ ਘਰ ਵਿੱਚ ਵਾਧੂ ਹੀ ਪਈਆਂ ਰਹਿੰਦੀਆਂ। ਹਰ ਐਤਵਾਰ ਸ਼ਾਮ ਨੂੰ ਉਸਨੇ ਮੈਨੂੰ ਤੇ ਮੇਰੀ ਧੀ ਨੂੰ ਗੱਡੀ ਵਿੱਚ ਬਿਠਾ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਜਾਣਾ। ਉੱਥੇ ਅਸੀਂ ਮੱਥਾ ਟੇਕ ਕੇ ਕਥਾ ਸੁਣਨ ਬਹਿ ਜਾਣਾ। ਭਾਵੇਂ ਸਾਨੂੰ ਗੁਰੂ ਘਰ ਜਿੰਨਾ ਮਰਜ਼ੀ ਸਮਾਂ ਲੱਗ ਜਾਣਾ, ਪਰ ਇਹਨੇ ਪਿਓ ਦੇ ਪੁੱਤ ਨੇ ਕਦੇ ਕਾਹਲੀ ਕਰਕੇ ਪੈਰਾਂ ਥੱਲੇ ਅੱਗ ਨਾ ਮਚਾਉਣੀ। ਗੱਲ ਕੀ, ਮੇਰਾ ਜਵਾਈ ਮੇਰੀ ਧੀ ਤੋਂ ਵੀ ਵੱਧ ਮੇਰਾ ਖਿਆਲ ਰੱਖਦਾ। ਪਟਿਆਲੇ ਰਹਿੰਦਿਆਂ ਮੈਨੂੰ ਘਰ ਵਿੱਚ ਖਾਣ ਪੀਣ ਪਹਿਨ ਪਚਰਨ ਹਰ ਸਹੂਲਤ ਮਿਲੀ ਹੋਈ ਸੀ, ਪਰ ਧੀ ਦੇ ਘਰ ਵਿੱਚ ਕਿਸੇ ਚੀਜ਼ ਵਾਸਤੇ ਦਾ ਕੋਈ ਤੋੜਾ ਹੈ ਹੀ ਨਹੀਂ ਸੀ। ਬਸ ਉਸਨੂੰ ਤਾਂ ਇੱਕੋ ਝੋਰਾ ਸੀ ਕਿ ਉਸਦੇ ਦੋਵੇਂ ਭਰਾ ਰੰਗੀ ਵਸਦੇ ਹਨ, ਪਰੰਤੂ ਉਹ ਸਾਡੀ ਮੰਮੀ ਨੂੰ ਕਿਉਂ ਨਹੀਂ ਪਿਆਰ ਨਾਲ ਰੱਖਦੇ। ਉਸਦੇ ਦੋਵੇਂ ਭਰਾਵਾਂ ਨੇ ਤਾਂ ਆਪਣੀ ਭੈਣ ਤੇ ਆਪਣੇ ਭਾਜੀ ਤੋਂ ਵੀ ਇਸੇ ਕਰਕੇ ਕਿਨਾਰਾ ਕਰ ਲਿਆ ਸੀ ਕਿ ਕਿਤੇ ਕਿਸੇ ਵੇਲੇ ਉਹ ਆਪਣੀ ਮੰਮੀ ਨੂੰ ਸੰਭਾਲਣ ਲਈ ਨਾ ਕਹਿ ਦੇਣ। ਇੱਥੋਂ ਤੱਕ ਕਿ ਜਦੋਂ ਮੇਰੀ ਧੀ ਸਾਲ ਬਾਅਦ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਆਪਣੇ ਵੀਰਾਂ ਨੂੰ ਡਾਕ ਰਾਹੀਂ ਰੱਖੜੀਆਂ ਭੇਜਦੀ, ਤਦ ਵੀ ਭਰਾਵਾਂ ਨੇ ਆਪਣੀ ਭੈਣ ਨੂੰ ਕਦੀ ਕੋਈ ਫੋਨ ਨਾ ਕਰਨਾ। ਪਰੰਤੂ ਮੇਰੀ ਧੀ ਆਪਣੀ ਧੁਨ ਦੀ ਇੰਨੀ ਪੱਕੀ ਆ ਕਿ ਉਹ ਅੱਜ ਤੱਕ ਵੀ ਆਪਣੇ ਵੀਰਾਂ ਨੂੰ ਡਾਕ ਰਾਹੀਂ ਰੱਖੜੀ ਭੇਜ ਰਹੀ ਆ। ਪਰੰਤੂ ਮਾਤਾ ਜੀ, ਜਦੋਂ ਤੁਹਾਡੀ ਧੀ ਤੇ ਜਵਾਈ ਤੁਹਾਨੂੰ ਇੰਨੇ ਪਿਆਰ ਨਾਲ ਰੱਖਦੇ ਸਨ, ਫਿਰ ਵੀ ਤੁਸੀਂ ਇੱਥੇ ਆਸ਼ਰਮ ਵਿੱਚ ਕਿਵੇਂ ਆ ਗਏ? ਭੁੱਲਰ ਨੇ ਸਵਾਲ ਕੀਤਾ। ਮੈਂ ਤੈਨੂੰ ਦੱਸਿਆ ਕਿ ਭਾਵੇਂ ਮੇਰੇ ਪੁੱਤਰਾਂ ਤੇ ਨੂੰਹਾਂ ਨੇ ਮੈਨੂੰ ਆਪਣੇ ਨਾਲ ਨਹੀਂ ਸੀ ਰੱਖਿਆ, ਪਰੰਤੂ ਫਿਰ ਵੀ ਆਪਣੀ ਧੀ ਦੇ ਘਰ ਰਹਿੰਦਿਆਂ ਮੇਰੇ ਕਾਲਜੇ ਨੂੰ ਆਂਦਰਾਂ ਦੀ ਖਿੱਚ ਤਾਂ ਪੈਂਦੀ ਹੀ ਸੀ। ਇਸ ਲਈ ਮੈਂ ਆਪਣੇ ਜਵਾਈ ਤੇ ਧੀ ਤੋਂ ਚੋਰੀਓਂ, ਜਦੋਂ ਇਹ ਦੋਵੇਂ ਆਪਣੀ ਡਿਊਟੀ ਤੇ ਗਏ ਹੁੰਦੇ ਸਨ, ਮੈਂ ਆਪਣੇ ਪੁੱਤਰਾਂ ਨੂੰਹਾਂ ਪੋਤੇ ਪੋਤੀਆਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ। ਕਈ ਵਾਰੀ ਉਹ ਵੀ ਉੱਧਰੋਂ ਵੀਡੀਓ ਕਾਲ ਕਰ ਲੈਂਦੇ ਸਨ। ਇਹ ਤਾਂ ਇੱਕ ਦਿਨ ਮੈਂ ਆਪਣੀ ਜੁੜਵਾਂ ਭੈਣ, ਜਿਹੜੀ ਕਿ ਲੁਧਿਆਣੇ ਵਿਆਹੀ ਹੋਈ ਆ, ਨਾਲ ਫੋਨ ਤੇ ਗੱਲ ਕਰਦੀ ਕਰਦੀ ਕਹਿ ਬੈਠੀ ਕਿ ਮੈਂ ਆਪਣੇ ਪੁੱਤਰਾਂ ਤੇ ਨੂੰਹਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਉਹ ਮੇਰੇ ਮਰਨ ਤੇ ਮੇਰੀ ਮ੍ਰਿਤਕ ਦੇਹ ਨੂੰ ਪਟਿਆਲੇ ਤੋਂ ਅੰਮ੍ਰਿਤਸਰ ਲੈ ਜਾਣ ਤੇ ਉੱਥੇ ਲਿਜਾ ਕੇ ਮੇਰਾ ਅੰਤਿਮ ਸੰਸਕਾਰ ਕਰ ਦੇਣ। ਅਜਿਹਾ ਕਰਨ ਨਾਲ ਇੱਕ ਤਾਂ ਮੇਰੇ ਪੁੱਤਰ ਆਪਣੇ ਹੱਥੀਂ ਮੇਰੀ ਮ੍ਰਿਤਕ ਦੇਹ ਨੂੰ ਅਗਨੀ ਦੇ ਦੇਣਗੇ, ਦੂਜਾ ਸਮਾਜ ਵਿੱਚ ਵੀ ਉਹਨਾਂ ਦਾ ਮਾਨ ਸਨਮਾਨ ਬਣਿਆ ਰਹੇਗਾ ਕਿ ਉਹਨਾਂ ਨੇ ਆਪਣੀ ਮੰਮੀ ਦੀ ਉਹਨਾਂ ਦੇ ਅੰਤਿਮ ਸਮੇਂ ਤੱਕ ਸਾਂਭ ਸੰਭਾਲ ਕੀਤੀ ਆ। ਮੈਂ ਤਾਂ ਕਹਿੰਦੀ ਆ ਕਿ ਮੇਰੀ ਭੈਣ ਦੀ ਜ਼ੁਬਾਨ ਹੀ ਸੜ ਜੇ, ਜਿਸ ਨੇ ਸਾਰੀਆਂ ਗੱਲਾਂ ਮੇਰੀ ਧੀ ਨੂੰ ਟੈਲੀਫੋਨ ਕਰਕੇ ਦੱਸੀਆਂ ਨੇ। ਬਸ ਜਿਉਂ ਹੀ ਮੇਰੀ ਧੀ ਨੂੰ ਪਤਾ ਲੱਗਾ ਕਿ ਮੈਂ ਅੰਦਰ ਖਾਤੇ ਧੀ ਜਵਾਈ ਤੋਂ ਚੋਰੀਓਂ ਆਪਣੇ ਪੁੱਤਰਾਂ ਨੂੰਹਾਂ ਪੋਤੇ ਪੋਤੀਆਂ ਨੂੰ ਫੋਨ ਕਰਦੀ ਰਹੀ ਹਾਂ ਤੇ ਆਪਣੀ ਮ੍ਰਿਤਕ ਦੇਹ ਵੀ ਉਹਨਾਂ ਨੂੰ ਅੰਮ੍ਰਿਤਸਰ ਲਿਜਾ ਕੇ ਸੰਸਕਾਰ ਕਰਨ ਲਈ ਕਿਹਾ, ਉਸੇ ਪਲ ਤੋਂ ਮੇਰੇ ਨਾਲ ਵਿਗੜ ਗਈ। ਉਹ ਤਾਂ ਮੈਨੂੰ ਕਹਿੰਦੀ ਕਿ ਮਾਂ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਧੌਲੇ ਝਾਟੇ ਵਾਲੀ ਨੂੰ। ਮੈਂ ਤਾਂ ਚੱਲ ਤੇਰੀ ਧੀ ਸੀ, ਤੇਰਾ ਕਰਨਾ ਹੀ ਸੀ, ਪਰੰਤੂ ਤੇਰੇ ਜਵਾਈ ਨੇ ਤੇਰੇ ਪੁੱਤਰਾਂ ਤੋਂ ਵੱਧ ਕੇ ਕੀਤਾ। ਤੇਰੇ ਮੂੰਹ ਤੇ ਦੇ ਭਿੱਜੇ ਕੱਪੜੇ ਤਾਂ ਤੇਰੇ ਧੀ ਜਵਾਈ ਤੈਨੂੰ ਧੋ ਕੇ ਦੇਣ ਤੇ ਤੈਨੂੰ ਅੰਤਮ ਲਾਂਬੂ ਲਾਉਣ ਲਈ ਤੇਰੇ ਪੁੱਤਰ ਅੱਗੇ ਆ ਜਾਣ। ਬਸ ਮਾਂ, ਬਹੁਤ ਹੋ ਗਿਆ। ਹੁਣ ਇਸ ਘਰ ਵਿੱਚ ਤੂੰ ਨਹੀਂ ਰਹਿ ਸਕਦੀ। ਮੈਂ ਤੈਨੂੰ ਇੱਕ ਪਲ ਵੀ ਇਸ ਘਰ ਵਿੱਚ ਨਹੀਂ ਰਹਿਣ ਦੇਣਾ। ਤੂੰ ਆਪਣੇ ਚਹੇਤੇ ਪੁੱਤਰਾਂ ਕੋਲ ਹੀ ਜਾ, ਤਾਂ ਜੋ ਹੁਣ ਤੈਨੂੰ ਵੀ ਪਤਾ ਲੱਗੇ ਕਿ ਕਿਹੜੇ ਭਾਅ ਵਿਕਦੀ ਆ। ਮੈਂ ਆਪਣੀ ਧੀ ਅੱਗੇ ਆਪਣੀਆਂ ਗਲਤੀਆਂ ਮੰਨ ਕੇ ਬਹੁਤ ਵਾਸਤੇ ਪਾਏ, ਇੱਥੋਂ ਤੱਕ ਕਿ ਮੇਰੇ ਜਵਾਈ ਨੇ ਵੀ ਕਹਿ ਦਿੱਤਾ ਸੀ ਕਿ ਚਲੋ ਛੱਡੋ, ਮੰਮੀ ਆਪਣੀ ਗਲਤੀ ਮੰਨੀ ਜਾਂਦੇ ਆ। ਪਰ ਨਾ, ਮੇਰੀ ਧੀ ਨੇ ਮੇਰੀ ਇੱਕ ਨਾ ਸੁਣੀ। ਉਸਨੇ ਤਾਂ ਉਸੇ ਦਿਨ ਹੀ ਮੈਨੂੰ ਮੇਰਾ ਕੱਪੜਾ ਲੱਤਾ ਦੇ ਕੇ ਅੰਮ੍ਰਿਤਸਰ ਦੀ ਬੱਸ ਚੜ੍ਹਾ ਦਿੱਤਾ। ਜਦੋਂ ਸ਼ਾਮ ਨੂੰ 7 ਵਜੇ ਮੈਂ ਆਪਣੇ ਵੱਡੇ ਪੁੱਤਰ ਦੇ ਘਰ ਦਾ ਬੂਹਾ ਖੜਕਾਇਆ ਤਾਂ ਉਹ ਮੈਨੂੰ ਸਾਹਮਣੇ ਖੜੀ ਨੂੰ ਦੇਖ ਕੇ ਡੌਰ ਭੌਰੀ ਹੋ ਗਿਆ। ਉਹਨੇ ਮੈਨੂੰ ਕੋਈ ਦੁਆ ਸਲਾਮ ਨਾ ਕੀਤੀ ਤੇ ਉਤਰਿਆ ਚਿਹਰਾ ਲੈ ਕੇ ਅੰਦਰ ਨੂੰ ਮੁੜ ਗਿਆ। ਜਿਉਂ ਹੀ ਮੇਰੀ ਵੱਡੀ ਨੂੰਹ ਦੀ ਨਜ਼ਰ ਮੇਰੇ ਤੇ ਪਈ, ਉਹ ਵੀ ਮੈਨੂੰ ਅਚਾਨਕ ਘਰ ਆਈ ਨੂੰ ਵੇਖ ਕੇ ਭਮੱਤਰ ਜੇ ਗਈ। ਜਦੋਂ ਮੈਂ ਇਹਨਾਂ ਦੋਵਾਂ ਨੂੰ ਕਿਹਾ ਕਿ ਮੈਂ ਹੁਣ ਬਹੁਤਾ ਲੰਮਾ ਸਮਾਂ ਤਾਂ ਜਿਉਣਾ ਨਹੀਂ, ਇਸ ਲਈ ਮੈਂ ਆਪਣਾ ਅੰਤਮ ਸਮਾਂ ਤੁਹਾਡੇ ਕੋਲ ਹੀ ਕੱਢ ਲੈਣਾ ਹੈ, ਪਰੰਤੂ ਮੈਨੂੰ ਉੱਥੇ ਵੇਖ ਕੇ ਉਹਨਾਂ ਦੋਵਾਂ ਜੀਆਂ ਨੂੰ ਤਾਂ ਜਿਵੇਂ ਪਿੱਸੂ ਹੀ ਪੈ ਗਏ ਹੋਣ। ਮੇਰੇ ਵੱਡੇ ਪੁੱਤਰ ਨੇ ਰਾਤ ਹੀ ਘਰ ਦੇ ਵਿਹੜੇ ਵਿੱਚ ਜਾ ਕੇ ਆਪਣੇ ਛੋਟੇ ਭਰਾ ਨਾਲ ਫੋਨ ਤੇ ਕੋਈ ਗੱਲਬਾਤ ਕੀਤੀ। ਉਹ ਰਾਤ ਤਾਂ ਮੈਂ ਆਪਣੇ ਵੱਡੇ ਪੁੱਤਰ ਦੇ ਘਰ ਹੀ ਬਿਤਾਈ, ਪਰੰਤੂ ਅਗਲੇ ਹੀ ਦਿਨ ਦੋਵੇਂ ਭਰਾ ਆਪਸੀ ਸਲਾਹ ਕਰਕੇ ਆਪਣੀ ਗੱਡੀ ਵਿੱਚ ਬਿਠਾ ਕੇ ਮੈਨੂੰ ਇਸ ਆਸ਼ਰਮ ਦੇ ਬਾਹਰ ਛੱਡ ਕੇ ਚਲੇ ਗਏ। ਇਹ ਤਾਂ ਭਲਾ ਹੋਵੇ ਇਹਨਾਂ ਆਸ਼ਰਮ ਵਾਲਿਆਂ ਦਾ, ਜਿਨ੍ਹਾਂ ਨੇ ਮੈਨੂੰ ਨਕਰਮੀ ਨੂੰ ਇਸ ਬਿਰਧ ਆਸ਼ਰਮ ਵਿੱਚ ਸਹਾਰਾ ਦਿੱਤਾ ਹੈ। ਮਾਤਾ ਜੀ, ਬਸ ਇੱਕ ਆਖਰੀ ਸਵਾਲ ਆ,
ਤੁਸੀਂ ਹੁਣ ਇਸ ਬਿਰਧ ਆਸ਼ਰਮ ਵਿੱਚ ਰਹਿੰਦੇ ਹੋਏ ਹੋਰ ਬਜ਼ੁਰਗਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ? ਪੱਤਰਕਾਰ ਨੇ ਪੁੱਛਿਆ। ਨਾ ਭਾਈ, ਮੈਂ ਸੜੀ ਹੋਈ ਜ਼ੁਬਾਨ ਵਾਲੀ ਨੇ ਕਿਸੇ ਨੂੰ ਕੀ ਸੁਨੇਹਾ ਲਾਉਣਾ, ਪਰ ਫਿਰ ਵੀ ਜੇ ਤੂੰ ਕਹਿੰਦਾ ਏ ਤਾਂ ਮੈਂ ਤਾਂ ਬਸ ਇੱਕੋ ਗੱਲ ਕਹਿੰਦੀ ਆ ਕਿ ਸਾਰੇ ਬਜ਼ੁਰਗਾਂ ਨੂੰ ਆਪਣੇ ਪੁੱਤਰ ਤੇ ਨੂੰਹ ਨਾਲ ਇਤਫਾਕ ਨਾਲ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ। ਇਹਦੇ ਵਿੱਚ ਹੀ ਸੱਚੀ ਖੁਸ਼ੀ ਮਿਲਦੀ ਆ। ਇਹ ਬਿਰਧ ਆਸ਼ਰਮ ਤਾਂ ਮੇਰੇ ਜਿਹੀਆਂ ਚੰਦਰੀਆਂ ਜ਼ੁਬਾਨਾਂ ਵਾਲੀਆਂ ਲਈ ਹਨ। ਸੋ ਤੁਸੀਂ ਆਪਣੇ ਵਿਚਾਰ ਦੱਸਣਾ ਨਾ ਭੁੱਲਣਾ ਕਿ ਇਸ ਵਿੱਚ ਗਲਤ ਕੌਣ ਆ। ਲਿਖ ਕੇ ਜ਼ਰੂਰ ਕਮੈਂਟ ਕਰਕੇ ਦੱਸਿਓ। ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।